ਸਿੰਘਨਾਥ ਟੀਵੀ ਅੱਜ ਦਾ ਜਿਹੜਾ ਸਾਡਾ ਖਾਸ ਪ੍ਰੋਗਰਾਮ ਹੈ ਉਹ ਹੈ ਅੰਮ੍ਰਿਤ ਦੇ ਸੰਕਲਪ ਦੇ ਸੰਬੰਧ ਵਿੱਚ। ਕੀ ਹੈ ਅੰਮ੍ਰਿਤ? ਗੁਰਬਾਣੀ ਦੇ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ, ਅੰਮ੍ਰਿਤ ਦਾ ਸੰਕਲਪ ਕੀ ਹੈ, ਇਸ ਸੰਬੰਧੀ ਜਿਹੜੇ ਭੁਲੇਖੇ ਪੈਦਾ ਕੀਤੇ ਗਏ ਨੇ ਉਹਨਾਂ ਭੁਲੇਖਿਆਂ ਦੇ ਸੰਬੰਧ ਵਿੱਚ ਵੀ ਅਸੀਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਕਿਉਂਕਿ ਮੇਰੀ ਅਪਰੋਚ ਅਜੇ ਫੇਸਬੁੱਕ 'ਤੇ ਨਹੀਂ ਹੈ ਇੱਥੇ, ਕਿਉਂਕਿ ਮੈਂ ਸਲਾਈਡ ਰਾਹੀਂ ਸਾਰਾ ਪ੍ਰੋਗਰਾਮ ਕਰ ਰਿਹਾ, ਮੈਨੂੰ ਦੱਸੀ ਜਾਇਓ ਵੀ ਆਵਾਜ਼ ਕਿਵੇਂ ਹੈ ਅਤੇ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ। ਮੈਂ ਫੋਨ ਰਾਹੀਂ ਤੁਹਾਨੂੰ ਸਾਰੇ ਨੋਟਿਸ ਕਰ ਰਿਹਾ, ਮੈਨੂੰ ਆਵਾਜ਼ ਦਾ ਬਸ ਦੱਸੀ ਜਾਣਾ ਤੁਸੀਂ, ਅਤੇ ਹੋਪਫੁਲੀ ਆਈ ਥਿੰਕ ਆਵਾਜ਼ ਜਿਹੜੀ ਹੈ ਇਹ ਠੀਕ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਵੀ ਮੈਸੇਜ ਆ ਗਿਆ ਵੀਰਾਂ ਦੇ ਵੀ ਆਵਾਜ਼ ਠੀਕ ਹੈ। ਬਹੁਤ ਧੰਨਵਾਦ ਮੈਸੇਜ ਕਰਨ ਵਾਸਤੇ। ਖਾਸ ਪ੍ਰੋਗਰਾਮ ਅੱਜ ਦਾ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਅੰਮ੍ਰਿਤ ਏਕ ਹੈ, ਇਸ ਤੋਂ ਵੱਧ ਦੂਜਾ ਕੋਈ ਦੂਸਰਾ ਕੋਈ ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਦੇ ਸੰਬੰਧੀ ਜਿਹੜਾ ਸਾਨੂੰ ਇੱਕ ਭੁਲੇਖਾ ਹੈ, ਖਾਸ ਕਰਕੇ ਜਿਹੜੀ ਸਾਡੀ ਕੌਮ ਹੈ, ਸਿੱਖ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ, ਸਾਡੀ ਸਿੱਖ ਸੰਗਤ ਨੂੰ ਇੱਕ ਜਿਹੜਾ ਭੁਲੇਖਾ ਹੈ ਉਹ ਤਾਂ ਹੈ, ਪਰ ਇਸ ਸੰਬੰਧੀ ਸਾਡੇ ਭੁਲੇਖੇ ਨੂੰ ਲੈ ਕੇ ਜਿਸ ਭੁਲੇਖੇ ਤਹਿਤ ਅਸੀਂ ਕਿਤਾਬਾਂ ਜਾਂ ਜਨਮ ਸਾਖੀਆਂ ਜਾਂ ਹੋਰ ਐਸਾ ਲਿਟਰੇਚਰ ਸਾਡੇ ਵਿਹੜੇ ਦੇ ਵਿੱਚ ਪਿਆ ਹੈ, ਉਹ ਬਾਹਰੀ ਜਿਹੜੇ ਸਕਾਲਰ ਨੇ, ਵਿਦਵਾਨ ਨੇ, ਉਹਨਾਂ ਨੂੰ ਵੀ ਇੱਕ ਭੁਲੇਖਾ, ਇੱਕ ਮੁਬਾਲਗਾ ਖੜਾ ਕਰ ਦਿੰਦਾ ਹੈ। ਉਹ ਫਿਰ ਇੰਟਰਨੈਸ਼ਨਲ ਲੈਵਲ 'ਤੇ ਸਾਡੇ 'ਤੇ ਕੋਮੈਂਟ ਕਰਦੇ ਨੇ। ਆਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾ ਦਿਆਂ, ਜਿਸ ਵੀਡੀਓ ਦੇ ਸੰਬੰਧ ਵਿੱਚ ਆਪਾਂ ਗੱਲ ਕਰਨੀ ਆ, ਪਰ ਇੱਥੇ ਸਾਡਾ ਏਮ ਕੇਵਲ ਇਹਨਾਂ ਨੂੰ ਜਵਾਬ ਦੇਣਾ ਨਹੀਂ ਹੈ, ਕਿਉਂਕਿ ਅਸੀਂ ਅਕਾਊਂਟੇਬਲ ਨਹੀਂ ਹੈ। ਜੋ ਗੁਰੂ ਨੇ ਲਿਖਿਆ, ਸਤਿਗੁਰ ਕੀ ਗੁਣ ਸੁਣ ਸਾਚੀ ਸਾਖੀ, ਜੋ ਬੋਲੇ ਆ ਗੁਰੂ ਉਹਨਾਂ ਨੇ ਅੱਖਾਂ ਨਾਲ ਪਰਤੀ ਹੈ, ਵਰਤਾਈ ਹੈ, ਸੋ ਬੋਲੇ ਜੋ ਭੇਖੇ ਆਖੀ। ਵੀ ਜੋ ਬੋਲੇ ਨੇ, ਜੋ ਕਾਰਜ ਕੀਤਾ ਹੈ, ਜੋ ਵੀ ਪ੍ਰੈਕਟਿਸ 'ਚ ਆਇਆ ਹੈ ਗੁਰੂ ਦੇ, ਜਾਂ ਜਿਹੜਾ ਵਿਧਾਨ ਗੁਰੂ ਨੇ ਦਿੱਤਾ ਹੈ, ਉਹਦੇ ਵਾਸਤੇ ਅਸੀਂ ਕਿਸੇ ਨੂੰ ਅਕਾਊਂਟੇਬਲ ਨਹੀਂ ਵੀ ਅਸੀਂ ਕਿਸੇ ਨੂੰ ਜਵਾਬ ਦਈਏ, ਪਰ ਇੱਕ ਭੁਲੇਖਾ ਖੜਾ ਹੁੰਦਾ ਹੈ, ਉਸ ਭੁਲੇਖੇ ਨੂੰ ਡੀਲ ਕਰਨਾ ਸਾਡਾ ਫਰਜ਼ ਬਣਦਾ ਹੈ, ਉਸ ਭੁਲੇਖੇ ਦੇ ਸੰਬੰਧ 'ਚ ਗੱਲ ਕਰਨੀ ਸਾਡਾ ਫਰਜ਼ ਬਣਦਾ ਹੈ। ਆਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣੀ, ਨਾਲੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਪ੍ਰੋਗਰਾਮ ਜਿਹੜਾ ਹੈ, ਸਲਾਈਡ ਦਾ ਜਿਹੜਾ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਹੈ, ਇਹ ਤਕਰੀਬਨ 10 ਸਾਲ ਦੀ ਗੱਲ ਹੈ। 10 ਸਾਲ ਪਹਿਲਾਂ ਮੈਂ ਇਹ ਤਿਆਰ ਕੀਤਾ ਸੀ। ਇਹ ਤਕਰੀਬਨ ਕੇਵਲ ਇੱਕ ਸਲਾਈਡ ਇਹਦੇ 'ਚ ਨਵੀਂ ਐਡ ਕੀਤੀ ਹੈ, ਨਹੀਂ ਤਾਂ ਇਹ ਸਾਰੀ ਉਹ 10 ਸਾਲ ਪਹਿਲਾਂ ਵਾਲਾ ਜਿਹੜਾ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਾ ਪ੍ਰੋਗਰਾਮ ਹੈ ਸਾਡਾ ਉਹੋ ਹੀ ਹੈ। ਅਤੇ ਤੁਹਾਨੂੰ ਨਾਲੇ ਇਸ ਗੱਲ ਤੋਂ ਸਾਡਾ ਜਿਹੜਾ ਵਾ ਗੁਰੂ ਪ੍ਰਤੀ ਜਾਂ ਸਾਡਾ ਆਪਣਾ ਸਟੈਂਡਰਡ ਵੀ ਸਪਸ਼ਟ ਹੋ ਜਾਏਗਾ ਵੀ ਜੋ 10 ਸਾਲ ਪਹਿਲਾਂ ਗੁਰੂ ਦੇ ਅੰਮ੍ਰਿਤ ਦੇ ਸੰਬੰਧ 'ਚ ਅਸੀਂ ਸੋਚਦੇ ਸਾਂ, ਅੱਜ ਵੀ ਉੱਥੇ ਹੀ ਹਾਂ ਅਤੇ ਇਸ ਅੰਮ੍ਰਿਤ ਨੂੰ ਸਮਝਦੇ। ਆਓ ਸਭ ਤੋਂ ਪਹਿਲਾਂ ਆਪਾਂ ਜਿਹੜਾ ਭੁਲੇਖਾ ਵਿਦਵਾਨਾਂ ਵੱਲੋਂ, ਇਸਲਾਮਿਕ ਵਿਦਵਾਨਾਂ ਵੱਲੋਂ ਖੜਾ ਕੀਤਾ ਗਿਆ, ਆਪਾਂ ਉਹਨਾਂ ਬਾਰੇ ਸੁਣ ਲਈਏ ਉਹ ਕੀ ਕਹਿੰਦੇ ਨੇ। ਉਸ ਤੋਂ ਬਾਅਦ ਮੈਂ ਫਿਰ ਸਲਾਈਡ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਫਿਰ ਕਰਦੇ ਹਾਂ ਗੱਲਾਂ ਬਾਤਾਂ। ਧਿਆਨ ਨਾਲ ਸੁਣ ਲਓ। The Sikhism too, like baptism in Christianity, has an important ritual known as Amrit ritual, where sacred holy water is given to them, which was initiated in Sikh Mat by Guru Gobind Singh. What he did is, he called the people, his disciples, and said, who are ready to die for the God? And only 5 of them came out, and they were given a holy water. That holy water, how they made the water holy is that this person, Guru Gobind, with his 2-edged sword, he dipped it in the water in a bowl and started stirring it, while his mother, known as Mata Kaur in Sikhism, she dipped sugar crystals into that water. ਸਭ ਤੋਂ ਪਹਿਲਾਂ ਤਾਂ ਜਿਹੜੀ ਲੈਕ ਆਫ ਨੌਲੇਜ ਬ੍ਰਦਰ ਇਮਰਾਨ ਦੀ ਹੈ, ਇਸ ਵਿਦਵਾਨ ਦੀ, ਤੁਹਾਨੂੰ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਹੀ ਡਜ਼ ਨਾਟ ਈਵਨ ਨੋ ਵੀ ਮਾਤਾ ਸਾਹਿਬ ਕੌਰ ਵਾਜ਼ ਨਾਟ ਅ ਮਦਰ ਆਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਇਹਨੇ ਯੂਜ਼ ਕੀਤਾ ਵੀ ਮਦਰ ਆਫ ਗੁਰੂ ਗੋਬਿੰਦ, ਜਿਹੜੀ ਉਹ ਸ਼ੂਗਰ ਕ੍ਰਿਸਟਲ ਲੈ ਕੇ, ਉਹ ਸ਼ੂਗਰ ਕ੍ਰਿਸਟਲ ਜਿਹੜੇ ਆ ਉਹ ਵਾਟਰ ਦੇ ਵਿੱਚ, ਜਿਹਨੂੰ ਅਸੀਂ ਪਤਾਸੇ ਕਹਿੰਦੇ ਆ, ਉਹ ਐਡ ਕੀਤੇ ਅਤੇ ਉਹਨੂੰ ਇਹ ਮਦਰ ਦੇ ਰੂਪ ਵਿੱਚ ਸੰਬੋਧਨ ਕਰ ਰਿਹਾ। ਹੀ ਡਜ਼ਨ ਈਵਨ ਨੋ। ਇਤਿਹਾਸਕ ਦੇ ਉੱਤੇ ਇੰਨੀ ਵੀ ਪਕੜ, ਹਿਸਟਰੀ ਦੇ ਉੱਤੇ ਇਹਦੀ ਇੰਨੀ ਵੀ ਪਕੜ ਨਹੀਂ ਹੈ ਇਸ ਵਿਦਵਾਨ ਦੀ, ਇਸਲਾਮਿਕ ਵਿਦਵਾਨ ਦੀ,
ਜਿਹਨੂੰ ਇਹ ਨਹੀਂ ਪਤਾ ਵੀ ਜੋ ਨਾਲ ਖੜੀ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਮਾਤਾ ਸਾਹਿਬ ਕੌਰ ਸੀ, ਮਾਤਾ ਨਹੀਂ ਸੀ ਜੀ। ਅੱਗੇ ਸੁਣੋ। And after stirring it for a while, after adding few more important ingredients to it, this Sikh Guru gave those 5 people who came out, and he said, now you have become immortals, meaning even after your death you shall not die, because you were the first to come out to give your life for the God. ਵੈਲ ਇੱਥੇ ਵੀ ਕਨਫਿਊਜ਼ਨ ਹੈ ਵੀ 5 ਪਿਆਰੇ ਪਹਿਲੇ 5 ਨਹੀਂ ਸਨ ਜਿਨ੍ਹਾਂ ਨੇ ਰੱਬੀ ਇਬਾਦਤ ਨੂੰ, ਰੱਬੀ ਸਿਧਾਂਤ ਨੂੰ, ਉਸ ਅਕਾਲੀ ਸਿਧਾਂਤ ਨੂੰ ਮੁੱਖ ਰੱਖ ਕੇ ਇਸ ਦੁਨੀਆ ਦੀ ਖਾਤਰ, ਇਸ ਸਬਜੈਕਟ ਦੀ ਖਾਤਰ ਆਪਣੀ ਜਾਨ ਤਲੀ ਤੇ ਧਰ ਕੇ ਮੈਦਾਨ 'ਚ ਕੁੱਦ ਪਏ। ਉਹ ਸਾਡੇ ਕੋਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਤੋਂ ਵੀ ਇਤਿਹਾਸ ਮਿਲਦਾ ਹੈ, ਤਾਰੂ ਵਰਗੇ ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ ਵੀ ਇਤਿਹਾਸ ਮਿਲਦਾ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਵੀ ਸਾਡੇ ਕੋਲ ਇਤਿਹਾਸ ਮਿਲਦਾ ਹੈ, ਮਤੀ ਦਾਸ, ਸਤੀ ਦਾਸ, ਦਿਆਲਾ। ਸੋ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜਾ ਇੱਕ ਖਾਲਸਾ ਸੰਪੂਰਨਤਾ ਦਿਵਸ, ਇਹਨੂੰ ਸਾਜਨਾ ਵੀ ਨਹੀਂ ਕਹਿਣਾ, ਸੰਪੂਰਨਤਾ ਕਹਿਣਾ, ਜਿੱਥੇ ਜਾ ਕੇ ਆਰਗੇਨਾਈਜੇਸ਼ਨ ਸੰਪੂਰਨ ਕਰਕੇ ਇੱਕ ਸਾਨੂੰ ਤਰੀਕਾ ਦੇ ਦਿੱਤਾ ਜਾਂਦਾ ਵੀ ਇਹੋ ਜਿਹਾ ਇੰਸਟੀਟਿਊਸ਼ਨ ਜਿਹੜਾ ਵਾ ਉਸ ਇੰਸਟੀਟਿਊਸ਼ਨ ਦੇ ਰਾਹੀਂ ਲੀਡ ਹੋਏਗਾ ਸਾਡੀ ਕੌਮ। ਸੋ ਉਹ ਇੱਕ ਸੰਪੂਰਨਤਾ ਦਿਵਸ ਦੇ ਰੂਪ ਦੇ ਵਿੱਚ ਜਿਹੜਾ 50 ਪਿਆਰਿਆਂ ਦਾ ਇੱਕ ਸੰਕਲਪ ਸੀ ਉਹਨੂੰ ਲੈ ਕੇ ਆਉਣਾ। ਸੋ ਇੱਥੇ ਇੱਕ ਜੋ ਕਿਹਾ ਹੈ ਸਾਡੇ ਇਸ ਵਿਦਵਾਨ ਨੇ, ਇਸਲਾਮਿਕ ਇਸ ਵਿਦਵਾਨ ਨੇ, ਵੀ ਉਹ 5 ਬੰਦੇ ਪਹਿਲੇ ਬੰਦੇ ਸਨ ਜਿਹੜੇ ਰੱਬ ਦੇ ਨਾਂ ਤੇ ਜਾਨ ਤਲੀ ਤੇ ਧਰ ਕੇ ਉਸ ਭੀੜ ਚੋਂ ਬਾਹਰ ਨਿਕਲੇ। ਇਹ ਵੀ ਇਹਦੀ ਇੱਥੇ ਮਤਲਬ ਮਿਸਕਨਸੈਪਸ਼ਨ ਹੈ, ਕਨਸੀਵ ਕੀਤਾ ਇਹਨੇ, ਇਸੇ ਕਰਕੇ ਮਿਸਕਨਸੈਪਸ਼ਨ ਹੈ। All the rituals in all these religions basically involve water for their purification. How to use that water in a particular form to cleanse themselves is not mentioned in any religion of the world, but Islam gives it a particular form in the form of ablution, wudu. Wait, again, when I come to, you heard so much from other religions about the God, about the different worships. Now just look, this ayat is a direct answer to all the human beings what they have to do exactly to worship the God. Allah said, you worship God without knowing Him. You worship God by making God by yourself. You worship God with so much complexity and confusion. Don't do all that. The answer came. Auzu billahi minash shaitanir rajim. Innani ana Allah. Most certainly, I alone am your Allah. There is no one besides me who is your God. Innani ana Allah. La ilaha illa ana fa'budni. There is no God worthy of worship except me. Aqimis salah. Then establish salah for me, la dhikri, in order to remember me. Wa akhiru da'wana anil hamdulillahi rabbil alamin. Our Sikh brother has asked a very important question, that what are the similarities between Sikhism and Islam? And there are a lot. Time will not permit me to expound on all. I'll just mention in brief a few things. That Sikhism, it's a religion of 10 gurus, for those who don't know. And it was founded by Guru Nanak Sahib in the late 15th century in the land of Punjab, in the land of 5 rivers. And Guru Nanak, he was very much influenced even by the Muslims. He was born in a Kshatriya family, in a warrior class Hindu family. He was influenced by the Muslims, many Muslims. अपने सिख मजहब के बानी ये दाता गंजबख्श साहब के मुरीद है और इनका नाम अब्दुल रशीद है और तारीख में लिखा है कि ये मुसलमान है। ये हिंदू इनके पास आकर इस तरह बनते गए, वो पगड़ी और दाढ़ी और ये चीजें, तो वो तस्वुफ की वजह से उसको सऊदी वहां होते थे मक्का में, और उनको जो है ना गुरफत, एक जिस कमरे में रहते थे उसको कहते थे गुरफत वली हिंद, हिंदुस्तान के वली का कमरा। तो ये इस तरह वो उनके पास आकर जो है वो बजाय ये कि मुसलमान हो जाए, वो मुवाहिद तो हो गए, लेकिन इतने कट्टर मुवाहिद हो गए कि उनको ला इलाहा इल्लल्लाह तो पूरी तरह समझ में आया, लेकिन मोहम्मद रसूलुल्लाह समझ में नहीं आया। अब ऐसे लोगों की जरूरत है जो इसी तरह के कोई औलिया हो कि उनको ये भी बता दें। तो ये आप मैं हरचंद सिंह धालीवाल हूं और मैं गुरु नानक ਨੂੰ ਮੰਨਦਾ। ਜਦੋਂ ਬਾਬਾ ਮੱਕੇ ਗਏ ਸਨ ਉੱਥੇ ਕੀ ਪਰਸੋਂ ਉੱਤਰ ਹੋਏ ਸੀ ਔਰ ਤੁਹਾਡਾ ਉਹਨਾਂ ਵਾਸਤੇ ਕੀ ਖਿਆਲ ਹੈ? ਤੁਸੀਂ ਰੋਕੋ। बाबा साहब के मुतालिक 2 गवाहियां मिलती हैं। एक ये कि वो मक्के गए थे,
एक ये कि वो बनारस भी गए और दूसरे हिंदुओं के जो बड़े बड़े मरकज थे वहां भी गए। ठीक है ना ये बात? लेकिन एक फर्क है, आपका किसी मंदिर में जाकर हिंदुओं की तरह इबादत करना साबित नहीं है, बल्कि अगर कोई कहे तो झूठा इल्जाम है, क्योंकि आप तौहीद के कायल थे। मगर मक्के जाकर नमाजें पढ़ना और हज करना आपका साबित है। ठीक है ना बात? इससे पता चला कि मक्का जाना और बात है और तीरथ की जियारत करना और बात है। वहां पैगाम तौहीद देने गए थे और मक्के में जाकर आपने जब मुसलमानों वाले फराइज सर अंजाम दिए, इससे पता चलता है कि वो अल्लाह ताला के एक बरगजीदा वली मुसलमान इंसान थे। ਤੁਸੀਂ ਹੁਣ ਤਕਰੀਬਨ 4 ਜਿਹੜੇ ਇਹਨਾਂ ਦੇ ਇਸਲਾਮ ਦੇ, ਇਹ ਅਹਿਮਦੀਆ ਜਮਾਤ ਦਾ ਤਹੀਰ ਅਹਿਮਦ ਹੈ, ਪਹਿਲਾ ਬਰਦਰ ਇਮਰਾਨ ਸੀ, ਫਿਰ ਡਾਕਟਰ ਜ਼ਾਕਿਰ ਨਾਇਕ ਸੀ, ਜੋ ਤੀਸਰਾ ਮਿਡਲ ਦਾ ਵਿਦਵਾਨ ਸੀ, ਉਹਦੇ ਬਾਰੇ ਜਿਹੜਾ ਮੈਨੂੰ ਵੀ ਇਨਫੋਰਮੇਸ਼ਨ ਨਹੀਂ ਕੌਣ ਹੈ, ਪਰ ਤੁਸੀਂ ਤਕਰੀਬਨ 4 ਨੂੰ ਸੁਣ ਲਿਆ ਹੈ। 4 ਦਾ ਸਾਊਂਡ ਕਰੀਬ ਸਿਮਿਲਰ ਹੈ, ਸਾਰਿਆਂ ਦੀ ਸਟੇਟਮੈਂਟ ਇੱਕ ਹੈ ਵੀ ਗੁਰੂ ਨਾਨਕ ਸਾਹਿਬ ਮੁਸਲਿਮ ਸਨ, ਉਹ ਇਸਲਾਮ ਤੋਂ ਪ੍ਰਭਾਵਿਤ ਹੋਏ। ਸਭ ਤੋਂ ਪਹਿਲਾਂ ਆਪਾਂ ਪਹਿਲੇ ਤੋਂ ਸ਼ੁਰੂ ਕਰ ਲਈਏ, ਬਰਦਰ ਇਮਰਾਨ ਤੋਂ ਸ਼ੁਰੂ ਕਰੀਏ। ਜਿਹੜੀ ਗੱਲ ਉਹਨੇ ਅੰਮ੍ਰਿਤ ਦੀ ਕੀਤੀ ਵੀ ਅੰਮ੍ਰਿਤ ਕਿਵੇਂ ਬਣ ਜਾਂਦਾ ਹੈ, ਖੰਡਾ ਲੈਂਦੇ ਨੇ, ਡਬਲ ਐਜ ਸਵੋਰਡ ਦੀ ਜਿਹੜੀ ਗੱਲ ਹੈ ਉਹ ਖੰਡੇ ਦੀ ਗੱਲ ਕੀਤੀ ਹੈ। ਡਬਲ ਐਜ ਸਵੋਰਡ ਲੈਂਦੇ ਨੇ, ਖੰਡਾ ਲੈਂਦੇ ਨੇ, ਬਾਟਾ ਲੈਂਦੇ ਨੇ, ਪਾਣੀ ਪਾਉਂਦੇ ਨੇ, ਉਹਦੇ 'ਚ ਪਤਾਸੇ ਪਾਉਂਦੇ ਨੇ, ਹਿਲਾਉਂਦੇ ਨੇ, ਤੇ ਅੰਮ੍ਰਿਤ ਬਣ ਜਾਂਦਾ। ਤੇ ਉਸ ਤੋਂ ਬਾਅਦ ਰੱਦ ਕਰਦਾ ਹੋਇਆ ਆਪਣੀ ਇੱਕ ਆਇਤ ਦੇ ਨਾਲ ਜਿਹੜਾ ਸਾਰੇ ਧਰਮਾਂ ਨੂੰ ਜਵਾਬ ਦੇ ਰਿਹਾ ਵੀ ਅਸਲ ਦੇ ਵਿੱਚ ਸਾਰੇ ਧਰਮਾਂ ਨੂੰ ਜਵਾਬ ਹੈ ਵੀ ਹੈ ਕੀ, ਅੰਮ੍ਰਿਤ ਹੈ ਕੀ। ਸੋ ਬੇਸਿਕਲੀ ਇਹ ਕਨਫਿਊਜ਼ਨ ਜਿਹੜੀ, ਇੱਕ ਤੇ ਕਨਫਿਊਜ਼ਨ ਹੈ, ਦੂਸਰਾ ਹੈਗਾ ਵਾ ਵੀ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਦੇ ਤੌਰ 'ਤੇ ਵਿਚਰਦੇ ਜੇ, ਉਦੋਂ ਤੁਹਾਡੀ ਕਨਫਿਊਜ਼ਨ ਵੀ ਤੁਹਾਡਾ ਜੁਰਮ ਬਣ ਜਾਂਦੀ ਹੈ ਜਦੋਂ ਤੁਸੀਂ ਕਿਸੇ ਦੂਸਰੇ ਧਰਮ ਦੇ ਉੱਤੇ ਗੱਲ ਕਰਦੇ ਜੇ। ਆਓ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ ਕਿ ਜੋ ਬਰਦਰ ਇਮਰਾਨ ਨੇ ਕਿਹਾ ਹੈ, ਜੋ ਬਰਦਰ ਇਮਰਾਨ ਬੋਲਿਆ ਹੈ, ਉਹਦਾ ਜਵਾਬ ਕੀ ਹੈ। ਤੇ ਜਵਾਬ ਅਸੀਂ ਗੁਰਬਾਣੀ 'ਚੋਂ ਲੈਣੇ ਆ। ਅਸੀਂ ਕਿਸੇ ਇਤਿਹਾਸ ਵੱਲ ਨਹੀਂ ਜਾਣ ਦੀ ਲੋੜ ਪੈਣੀ ਸਾਨੂੰ। ਹਾਂ, ਜਿਹੜੀ ਗੱਲ ਉਹਨਾਂ ਨੇ ਇਤਿਹਾਸਕ ਰੈਫਰੈਂਸ ਦੇ ਤੌਰ 'ਤੇ ਕੀਤੀ ਹੈ ਵੀ ਜਿਹੜਾ ਬਾਬਾ ਨਾਨਕ ਚੋਲਾ ਪਾਉਂਦਾ ਸੀ, ਉਸ ਚੋਲੇ 'ਤੇ ਲਾ ਅੱਲਾ ਇਲਾਹ ਹੋ ਮੁਹੰਮਦ ਰਸੂਲ ਅੱਲਾ, ਤੇ ਉਹ ਜਿਹੜੇ ਉਹਦੇ 'ਤੇ ਆਇਤ ਲਿਖੀ ਹੈ ਸੂਰੇ ਫਤਾਹ ਦੀ, ਤੇ ਉਹ ਚੋਲਾ ਪਾਇਆ ਸੀ ਬਾਬੇ ਨਾਨਕ ਨੇ, ਬਿਲਕੁਲ ਪਾਇਆ ਸੀ। ਉਹ ਇਤਿਹਾਸਕ ਰੈਫਰੈਂਸ, ਉਹਨੂੰ ਆਪਾਂ ਇਤਿਹਾਸ ਦੇ ਨਾਲ ਡੀਲ ਕਰਾਂਗੇ। ਬਾਕੀ ਸਾਰੀ ਕੋਸ਼ਿਸ਼ ਸਾਡੀ ਰਹੇਗੀ ਵੀ ਆਪਾਂ ਗੁਰਬਾਣੀ ਦੇ ਦਾਇਰੇ ਅੰਦਰ ਰਹਿ ਕੇ ਗੱਲ ਕਰੀਏ। ਸਭ ਤੋਂ ਪਹਿਲਾਂ, ਵਾਈ ਇਜ਼ ਦਿਸ ਰਿਸਪੌਂਸ ਰਿਕਵਾਇਰਡ? ਕੀ ਲੋੜ ਹੈ ਇਸ ਜਵਾਬ ਦੀ? ਵਿਲੱਖਣ ਕੌਮਾਂ ਜਦੋਂ ਆਪਣੇ ਉੱਤੇ ਹੋ ਰਹੇ ਸਿਧਾਂਤਕ ਹਮਲਿਆਂ ਦਾ ਜਵਾਬ ਨਹੀਂ ਦਿੰਦੀਆਂ ਤੇ ਉਹਨਾਂ ਦੀ ਵਿਲੱਖਣਤਾ ਖਤਮ ਹੋ ਜਾਂਦੀ ਹੈ, ਉਹਨਾਂ ਦੀ ਪਾਰਟੀਕੁਲੈਰਿਟੀ ਤਬਾਹ ਹੋ ਜਾਂਦੀ ਹੈ, ਉਹ ਖਤਮ ਹੋ ਜਾਂਦੇ ਨੇ, ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਸਿਧਾਂਤਕ ਤੌਰ 'ਤੇ ਜਦੋਂ ਤੁਹਾਡੇ 'ਤੇ ਹਮਲਾ ਹੁੰਦਾ ਹੈ, ਸਾਡੀ ਪਹਿਲੀ ਡਿਊਟੀ ਹੁੰਦੀ ਹੈ ਐਜ਼ ਏ ਬੁਲਾਰਾ, ਐਜ਼ ਏ ਪ੍ਰਚਾਰਕ, ਕੁਛ ਵੀ ਤੁਸੀਂ ਜ਼ਿੰਮੇਵਾਰ ਵਿਅਕਤੀ ਦੇ ਤੌਰ 'ਤੇ ਵਿਚਰਦੇ ਜੇ, ਤੁਹਾਡੀ ਪਹਿਲੀ ਡਿਊਟੀ ਹੈ ਵੀ ਉਸ ਨੂੰ ਡੀਲ ਕਰਨਾ ਜਿਹੜਾ ਪ੍ਰਿੰਸੀਪਲ ਲੈਵਲ 'ਤੇ ਤੁਹਾਡੇ 'ਤੇ ਹਮਲਾ ਹੋਇਆ। ਦੂਸਰਾ, ਵਾਟ ਇਜ਼ ਅੰਮ੍ਰਿਤ ਸੰਸਕਾਰ? ਅੰਮ੍ਰਿਤ ਸੰਸਕਾਰ ਕੀ ਹੈ? ਤੀਸਰਾ, ਅੰਮ੍ਰਿਤ ਪਲੱਸ ਸੰਸਕਾਰ। ਇਹਨਾਂ ਦੋਨਾਂ ਸ਼ਬਦਾਂ ਨੂੰ ਅਲੱਗਾ ਕਰਨਾ ਪਏਗਾ, ਅੰਮ੍ਰਿਤ ਤੇ ਸੰਸਕਾਰ। ਆਓ ਆਪਾਂ ਵੱਧਦੇ ਹਾਂ ਅੱਗੇ, ਨਾਲੋਂ ਨਾਲ ਤੁਸੀਂ ਦੱਸੀ ਜਾਣਾ ਹੈ ਮੈਨੂੰ, ਜਿੱਥੇ ਕੋਈ ਸਲਾਈਡ ਦੀ ਜਾਂ ਕੋਈ ਆਵਾਜ਼ ਦੀ ਮੁਸ਼ਕਲ ਹੋਈ ਮੈਨੂੰ ਤੁਸੀਂ ਦੱਸ ਦੇਣੀ ਹੈ। ਅੰਮ੍ਰਿਤ ਪਲੱਸ ਸੰਸਕਾਰ ਟਾਈਟਲ ਹੈ ਇਸ ਸਲਾਈਡ ਦਾ ਆਪਣਾ, ਅੰਮ੍ਰਿਤ ਪਲੱਸ ਸੰਸਕਾਰ। ਸੰਸਕਾਰ ਕੀ ਹੈ ਪਹਿਲਾਂ ਇਹ ਸਮਝ ਲਈਏ। ਕਿਰਿਆ ਜਾਂ ਧਰਮ ਰੀਤੀ, ਜੋ ਮਹਾਨ ਕੋਸ਼ ਦੱਸਦਾ ਹੈ, ਜਾਂ ਧਰਮ ਰੀਤੀ ਅਨੁਸਾਰ ਕੋਈ ਵੀ ਕੀਤਾ ਉਹ ਕਰਮ ਜਿਸ ਦਾ ਅਸਰ ਚਿੱਤ 'ਤੇ ਬਣਿਆ ਰਹੇ। ਕੋਈ ਵੀ ਕਰਮ ਧਰਮ ਰੀਤੀ ਅਨੁਸਾਰ ਕੀਤਾ ਹੋਵੇ ਜਿਹਦਾ ਅਸਰ ਚਿੱਤ 'ਤੇ ਹੋਵੇ। ਇਸੇ ਕਰਕੇ ਇਸ ਨੂੰ ਅੰਮ੍ਰਿਤ ਸੰਸਕਾਰ ਕਿਹਾ ਗਿਆ। ਇਸ ਸੰਸਕਾਰ ਦੇ ਵਿੱਚੋਂ ਜਿਹੜੇ ਗੁਣ ਗ੍ਰਹਿਣ ਕਰਾਏ ਜਾਂਦੇ ਨੇ, ਤੁਹਾਡੀ ਜਾਤ ਛਡਾਈ ਜਾਂਦੀ ਹੈ,
ਤੁਹਾਡਾ ਵਰਨ ਛਡਾਇਆ ਜਾਂਦਾ ਹੈ, ਤੁਹਾਨੂੰ ਖੜਾ ਕਰ ਦਿੱਤਾ ਜਾਂਦਾ ਹੈ ਇੱਕ ਬਹੁਤ ਵੱਡੀ ਬਲਸ਼ਾਲੀ, ਬਹੁਤ ਵੱਡੀ ਵਿਚਾਰਧਾਰਾ ਦਾ ਰਿਪਰੈਜ਼ੈਂਟੇਟਿਵ ਬਣਾ ਕੇ। ਉਹ ਜਿਹੜੇ ਗੁਣ ਨੇ, ਉਹ ਅੰਮ੍ਰਿਤ ਦਾ ਰੂਪ ਨੇ, ਉਹ ਤੁਹਾਨੂੰ ਅੰਮ੍ਰਿਤਧਾਰੀ ਬਣਾ ਸਕਦੇ ਨੇ। ਇਹਨੂੰ ਆਪਾਂ ਖੁੱਲ੍ਹ ਕੇ ਅੱਗੇ ਸਮਝਦੇ ਹਾਂ। ਇਸੇ ਕਰਕੇ ਇਹਨੂੰ ਸੰਸਕਾਰ ਸ਼ਬਦ ਨਾਲ ਵਰਤਿਆ ਵੀ ਇਹ ਅੰਮ੍ਰਿਤ ਸੰਸਕਾਰ ਹੈ। ਪਰ ਅੰਮ੍ਰਿਤ ਤੇ ਅੰਮ੍ਰਿਤ ਸੰਸਕਾਰ 'ਚ ਫਰਕ ਹੈ। ਸੰਸਕਾਰ ਕੇਵਲ ਓਪਰਚੁਨਿਟੀ ਹੈ, ਮੌਕਾ ਹੈ ਵੀ ਉਹ ਮੌਕੇ ਦੇ ਉਸ এনवायरमेंट ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਢਾਲ ਸਕਦੇ ਜੇ। ਪਰ ਜੇ ਤੁਸੀਂ ਢਲੇ ਨਹੀਂ ਤੇ ਸੰਸਕਾਰ ਉਹ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ, ਇੱਕ ਰਿਚੁਅਲਿਜ਼ਮ ਹੋ ਜਾਂਦਾ ਹੈ, ਇੱਕ ਕੇਵਲ ਜਿਹੜਾ ਕਰਮਕਾਂਡ ਉਹ ਨਿਬੜਦਾ ਹੈ। ਜਿਵੇਂ ਜਨੇਊ ਪਾਉਣਾ ਇੱਕ ਸੰਸਕਾਰ ਹੈ, ਜਗ ਉਪਵੀਤ ਵੀ ਇੱਕ ਸੰਸਕਾਰ ਹੈ। ਪਰ ਕਿਉਂ ਅੱਜ ਜਗ ਉਪਵੀਤ ਸੰਸਕਾਰ ਜਿਹੜਾ ਕਰਮਕਾਂਡ ਜਾਂ ਪਖੰਡ ਦਾ ਹਿੱਸਾ ਬਣ ਗਿਆ? ਕਿਉਂਕਿ ਕੇਵਲ ਉਹਦੀ ਅਹਿਮੀਅਤ ਜਿਹੜੀ ਸੀ ਕੇਵਲ ਆਪਣਾ ਸਰੀਰ ਦੇ ਦੁਆਲੇ ਪਾਉਣ ਤੱਕ ਰਹਿ ਗਈ। ਉਹ ਤੱਗ, ਉਹ ਜਨੇਊ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੈ ਥੁੱਕ ਪਵੇ ਨਿਤ ਦਾੜੀ। ਨਾ ਉਹ ਤੱਗ ਸਹਾਈ ਹੋਇਆ ਵੀ ਤੁਹਾਡੀ ਇੰਦਰੀ ਨੂੰ ਵਸ 'ਚ ਕਰ ਸਕੇ, ਨਾ ਤੁਹਾਡੀ ਨਾਰੀ ਨੂੰ ਵਸ ਕਰ ਸਕੇ, ਇਹ ਸਹਾਈ ਹੋਇਆ। ਸੋ ਉਹ ਕੀ ਹੋਇਆ? ਉਹ ਇੱਕ ਪਖੰਡ ਬਣ ਗਿਆ। ਇੱਦਾਂ ਹੀ ਸਾਡੇ ਅੰਦਰ ਸਾਨੂੰ ਝਾਤੀ ਮਾਰਨੀ ਪੈਣੀ ਵੀ ਜਦੋਂ ਅਸੀਂ ਅੰਮ੍ਰਿਤ ਸੰਸਕਾਰ ਦੀ ਗੱਲ ਕਰਦੇ ਹਾਂ ਤੇ ਜਿਹੜੀ ਇਹ ਕਮਿਟਮੈਂਟ ਆ ਵੀ ਅਸੀਂ ਅੱਜ ਤੋਂ ਬਾਅਦ ਇਸ ਸੰਸਕਾਰ ਨੂੰ ਲੈ ਕੇ ਜਿਹੜੀ ਕਮਿਟਮੈਂਟ ਕੀਤੀ ਹੈ, ਇਹ ਸੰਸਕਾਰ ਰਾਹੀਂ ਅਸੀਂ ਅੰਮ੍ਰਿਤਧਾਰੀ ਹੋਣ ਵੱਲ ਵਧਣ ਦਾ ਪ੍ਰੋਮਿਸ ਕਰਦੇ ਹਾਂ। ਜੇ ਤੇ ਨਹੀਂ ਵੱਧ ਪਾਏ ਤਾਂ ਸਮਝ ਲਓ ਪਖੰਡ ਹੈ, ਇਸ ਤੋਂ ਵੱਧ ਕੁਛ ਨਹੀਂ। ਹੁਣ ਗੱਲ ਕੋਈ ਵੀ ਕਿਰਿਆ ਜੋ ਸਾਨੂੰ ਅੰਮ੍ਰਿਤਧਾਰੀ ਜੀਵਨ ਵੱਲ ਲੈ ਜਾਵੇ, ਉਹ ਅੰਮ੍ਰਿਤ ਸੰਸਕਾਰ ਹੁੰਦਾ ਹੈ। ਅੱਗੇ ਜਾ ਕੇ ਵੀ ਸਮਝਣਾ ਆਪਾਂ। ਹੁਣ ਅੱਗੇ ਵੇਖੀਏ ਵੀ ਅੰਮ੍ਰਿਤ, ਜਦੋਂ ਅੰਮ੍ਰਿਤ ਦੀ ਗੱਲ ਕਰਦੇ ਜੇ ਤੇ ਤੁਹਾਨੂੰ ਇਸ ਕਨਸੈਪਟ ਨੂੰ ਜਿਹੜਾ ਘੱਟੋ ਘੱਟ 3 ਭਾਗਾਂ 'ਚ ਵੰਡਣਾ ਪਏਗਾ। ਵੈਸੇ ਤੇ ਮੈਂ ਹੋਰ ਵੰਡ ਸਕਦਾ ਸੀ, ਕਿਉਂਕਿ ਮੈਂ ਸਲਾਈਡ ਉਹੋ ਹੀ ਜਿਹੜਾ ਹੀ ਪੁਰਾਣਾ ਬਣਿਆ 10 ਸਾਲ ਪਹਿਲਾਂ, ਉਹੋ ਹੀ ਤੁਹਾਡੇ ਸਾਹਮਣੇ ਸਾਂਝਾ ਕਰਨਾ ਚਾਹੁੰਦਾ ਸੀ। ਹੁਣ ਅੰਮ੍ਰਿਤ ਕੀ ਹੈ? ਅੰਮ੍ਰਿਤ ਕਿੱਥੇ ਵਸਦਾ ਹੈ? ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ? ਅੰਮ੍ਰਿਤਧਾਰੀ ਕੌਣ ਹੈ? ਪਹਿਲਾਂ ਅੰਮ੍ਰਿਤ ਨੂੰ 3 ਭਾਗਾਂ 'ਚ ਵੰਡਿਆ ਆਪਾਂ। ਉਸ ਤੋਂ ਬਾਅਦ ਇਹ 3 ਭਾਗਾਂ ਨੂੰ ਜਦੋਂ 3 ਟੌਪਿਕ, 3 ਵਿਸ਼ੇ ਸਾਡੇ ਖੁੱਲ੍ਹ ਗਏ, ਉਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਵੀ ਅੰਮ੍ਰਿਤਧਾਰੀ ਕੌਣ ਹੁੰਦਾ ਹੈ। ਸਭ ਤੋਂ ਪਹਿਲਾਂ ਅੰਮ੍ਰਿਤ ਕੀ ਹੈ? ਕੀ ਹੈ, ਕਿੱਥੇ ਹੈ, ਕਿਵੇਂ ਹੈ? ਕਿਸੇ ਵੀ ਦੁਨੀਆ ਦੇ ਫਲਸਫੇ ਨੂੰ ਖੋਲ੍ਹਣਾ ਹੋਵੇ, ਕੀ, ਕਿਵੇਂ, ਕਿੱਥੇ, ਕਿਉਂ, ਆ 4 ਕੱਕੇ ਆਪਣੀ ਜ਼ਿੰਦਗੀ 'ਚ ਧਾਰ ਲਓ। ਕੀ, ਕਿਵੇਂ, ਕਿੱਥੇ, ਕਿਉਂ, ਕਦੋਂ। ਜਦੋਂ ਤੁਸੀਂ ਇਹਨਾਂ ਕੱਕਿਆਂ ਦੇ ਉੱਤੇ, ਇਸ ਪੈਰਾਮੀਟਰ ਦੇ ਉੱਤੇ ਉਸ ਫਲਸਫੇ ਨੂੰ ਲਿਆ ਕੇ ਖੜਾ ਕਰ ਦਿੱਤਾ ਤੇ ਤੁਸੀਂ ਖੋਲ੍ਹਣ ਦੇ ਕਾਬਲ ਹੋ ਜਾਓਗੇ। ਫਿਲਾਸਫੀ ਇੱਥੋਂ ਨਿਕਲਦੀ ਹੈ। ਫਿਲਾਸਫੀ ਦਾ ਨਿਕਲਣ ਦਾ ਰੂਟ ਇਹੋ ਹੀ ਆ ਵੀ ਕੀ, ਕਿਉਂ, ਕਿਵੇਂ, ਕਿੱਥੇ, ਕਦੋਂ। ਅੰਮ੍ਰਿਤ ਕੀ ਹੈ? ਵਾਟ ਇਜ਼ ਅੰਮ੍ਰਿਤ? ਵਾਟ ਇਜ਼ ਐਨ ਅੰਮ੍ਰਿਤ? ਸਿੱਖ ਫਿਲਾਸਫੀ ਦੇ ਅਕਾਰਡਿੰਗ ਦੇਖੀਏ, ਆਪਾਂ ਗੁਰੂ ਸਾਹਿਬ ਦੇ ਨਜ਼ਰੀਏ ਮੁਤਾਬਕ ਦੇਖੀਏ, ਜੋ ਅਕਾਲੀ ਨਜ਼ਰੀਆ, ਇੱਕ ਧਿਆਨ 'ਚ ਰੱਖਿਓ ਵੀ ਇੱਕ ਗੁਰੂ ਦਾ ਨਜ਼ਰੀਆ, ਇੱਕ ਅਕਾਲੀ ਨਜ਼ਰੀਆ। ਜੇ ਮੈਂ ਗੁਰੂ ਦਾ ਨਜ਼ਰੀਆ ਕਹਾਂ ਤਾਂ ਉਹਨੂੰ ਅਕਾਲੀ ਨਜ਼ਰੀਆ ਸਮਝ ਲਿਆ ਜਾਵੇ, ਕਿਉਂਕਿ ਗੁਰੂ ਜੋ ਵੀ ਬੋਲਦਾ ਹੈ ਉਹ ਉਹਦਾ ਬੋਲਦਾ ਹੈ। ਹੁਣ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਮੈਂ ਆ। ਗੁਰੂ ਕਹਿੰਦਾ ਕਹਿਆ ਭਾਵੇਂ ਮੈਂ ਆ, ਪਰ ਸਭ ਹੁਕਮਾਂ ਹੋ ਜੀਓ। ਮੈਂ ਕਹਿਆ ਸਭ ਹੁਕਮਾਂ ਹੋ ਜੀਓ, ਜੋ ਮੈਨੂੰ ਹੁਕਮ ਹੁੰਦਾ ਮੈਂ ਉਹ ਬੋਲਦਾ ਹੈ। ਜਦੋਂ ਮੈਂ ਗੁਰੂ ਕਹਾਂ ਤੇ ਮੇਰੀ ਇਸ ਕਹੀ ਹੋਈ ਗੱਲ ਦੇ ਵਿੱਚ ਫਰਕ ਨਾ ਕਰਿਓ ਵੀ ਮੈਂ ਉਸ ਅਕਾਲੀ ਸਿਧਾਂਤ ਦੀ ਗੱਲ ਕਰਦੇ ਹਾਂ। ਗੁਰੂ ਦਾ ਨਜ਼ਰੀਆ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਹੈ, ਅੰਮ੍ਰਿਤ ਗੁਰਮਤਿ ਪਾਏ ਰਾਮ। ਵੀ ਅੰਮ੍ਰਿਤ ਹਰੀ ਦਾ ਨਾਮ ਹੈ। ਆਪਾਂ ਸਮਝਣਾ ਸੀ ਅੰਮ੍ਰਿਤ ਕੀ ਹੈ। ਸਭ ਤੋਂ ਪਹਿਲਾਂ ਅੰਮ੍ਰਿਤ ਕੀ ਹੈ? ਤੁਸੀਂ ਸ਼ਬਦ ਵੀ ਸੁਣਿਆ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮਨੇ ਮਾਹੇ, ਗੁਰ ਪਾਈਏ ਗੁਰ ਪ੍ਰਸਾਦ। ਅੰਮ੍ਰਿਤ ਇੱਕ ਆ। ਉਹ ਕਿਹੜਾ ਇੱਕ? ਉਹ ਇੱਕ ਅੰਮ੍ਰਿਤ ਕਿਹੜਾ ਹੈ? ਜਿਹੜਾ ਅੰਮ੍ਰਿਤ ਹਰ ਹਰ ਨਾਮ ਹੈ, ਹਰੀ ਦਾ ਜਿਹੜਾ ਨਾਮ ਹੈ ਉਹ ਹੀ ਅੰਮ੍ਰਿਤ ਹੈ। ਅੰਮ੍ਰਿਤ ਗੁਰ ਮਤਿ ਪਾਏ ਰਾਮ। ਉਹ ਹਰੀ ਦਾ ਨਾਮ ਰੂਪੀ ਇੱਕ ਅੰਮ੍ਰਿਤ ਮਿਲਦਾ ਕਿਵੇਂ ਹੈ? ਮੇਰੇ ਆਪਣੇ ਨਜ਼ਰੀਏ 'ਚੋਂ ਡਿਵੈਲਪ ਨਹੀਂ ਹੁੰਦਾ, ਉਹ ਗੁਰਮਤ ਰਾਹੀਂ ਪ੍ਰਗਟ ਹੁੰਦਾ ਹੈ। ਹੁਣ ਦੱਸੋ, ਜਿਹੜੀ ਗੱਲ ਬ੍ਰਦਰ ਇਮਰਾਨ ਕਰ ਰਿਹਾ ਹੈ ਵੀ ਆਹ ਅੰਮ੍ਰਿਤ ਹੈ,
ਤੇ ਉਹ ਗੱਲ ਜਦੋਂ ਅਸੀਂ ਗੁਰਬਾਣੀ ਦੇ ਦਾਇਰੇ 'ਚ ਪਰਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਆਹ ਨਹੀਂ, ਉਹ ਸੰਸਕਾਰ ਹੈ, ਅੰਮ੍ਰਿਤ ਆ ਹੈ। ਉਹ ਇੱਕ এনवायरमेंट ਦਿੱਤਾ ਹੈ ਵੀ ਤੂੰ ਇਹਦੇ ਚੋਂ ਅੰਮ੍ਰਿਤਧਾਰੀ ਹੋਣ ਦੀ ਤੈਨੂੰ ਓਪਰਚੁਨਿਟੀ ਮਿਲ ਜਾਏ। ਪਰ ਅੰਮ੍ਰਿਤ ਹੈ ਕੀ? ਅੰਮ੍ਰਿਤ ਆ ਹੈ, ਨਾਨਕ ਅੰਮ੍ਰਿਤ ਏਕ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ। ਇਹ ਗੁਰੂ ਦਾ ਸ਼ਬਦ ਅੰਮ੍ਰਿਤ ਹੈ, ਜਿਹਨੂੰ ਪੀਣ ਨਾਲ ਸਾਡੀ ਪਿਆਸ ਖਤਮ ਹੋ ਜਾਂਦੀ ਹੈ। ਹੁਣ ਗੁਰੂ ਦਾ ਸ਼ਬਦ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਗੁਰੂ ਦਾ ਸ਼ਬਦ ਕੀ ਹੈ? ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਹੈ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਆਪਣੇ ਕੋਲੋਂ ਨਹੀਂ ਨਿਕਲਦਾ, ਉਹਦੀ ਕੋਈ ਆਪਣੀ ਉਡਾਰੀ ਨਹੀਂ। ਗੁਰੂ ਜੋ ਬੋਲਦਾ ਉਹ ਉਹਦੇ ਬੁਲਾਇਆ ਬੋਲਦਾ। ਸੋ ਗੁਰੂ ਦਾ ਸ਼ਬਦ ਅੰਮ੍ਰਿਤ ਹੈ, ਭਾਵ ਜਿਹੜਾ ਉਹ ਅਕਾਲੀ ਸਿਧਾਂਤ ਹੈ, ਜਿਹੜਾ ਨਾਮ ਰੂਪੀ, ਜਿਹਨੂੰ ਉੱਤੇ ਅਸੀਂ ਸਮਝ ਲਿਆ ਵੀ ਅੰਮ੍ਰਿਤ ਹਰ ਹਰ ਨਾਮ ਹੈ। ਉਹ ਨਾਮ ਸ਼ਬਦ ਰੂਪੀ ਅਕਾਲੀ ਸਿਧਾਂਤ ਹੀ ਅੰਮ੍ਰਿਤ ਹੈ, ਜਿਹਨੂੰ ਪੀਣ ਨਾਲ ਤਿੱਖ ਪਿਆਸ ਲੈ ਜਾਂਦੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਵੀ ਅੰਮ੍ਰਿਤ ਜਿਹੜਾ ਨਾਮ ਹੈ ਇਹ 9 ਨਿਧਾਂ ਦਾ ਖਜ਼ਾਨਾ ਹੈ, ਤੇ ਵਿਸ਼ਰਾਮ ਕਿੱਥੇ ਆ? ਦੇਹੀ 'ਚ ਹੈ। ਹੁਣ ਅੱਗੇ ਆਪਾਂ ਸਮਝਣਾ ਹੈ ਵੀ ਅੰਮ੍ਰਿਤ ਕੀ ਹੈ। ਇਹੋ ਹੀ ਸਾਡਾ 9 ਨਿਧ ਹੈ, ਇਹ ਗੁਰੂ ਦਾ ਸ਼ਬਦ ਹੈ। ਇਹ ਅੰਮ੍ਰਿਤ ਉਹ ਹੀ ਹੈ ਜਿਹੜਾ ਹਰੀ ਦਾ ਨਾਮ ਹੈ। ਇਹ ਹੈ ਅੰਮ੍ਰਿਤ, ਨਾ ਕਿ ਬ੍ਰਦਰ ਇਮਰਾਨ ਦੇ ਕਹਿਣ ਮੁਤਾਬਕ ਜਾਂ ਜਿਵੇਂ ਕਿਸੇ ਵੇਲੇ ਅਸੀਂ ਵੀ ਸਮਝ ਲੈਂਦੇ ਹਾਂ। ਕਿੱਥੇ ਵੱਸਦਾ ਹੈ ਕਿੱਥੇ ਅੰਮ੍ਰਿਤ? ਅੰਮ੍ਰਿਤ ਕੀ ਹੈ ਸਮਝ ਲਿਆ, ਪਰ ਕਿੱਥੇ ਹੈ ਇਹ ਵੀ ਸਮਝਣਾ ਪਏਗਾ। ਵੇਅਰ ਡਜ਼ ਅੰਮ੍ਰਿਤ ਐਗਜ਼ਿਸਟ? ਕਿੱਥੇ ਐਗਜ਼ਿਸਟ ਕਰਦਾ ਹੈ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨ ਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਦੋਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਉਹ ਲਫ਼ਜ਼ਾਂ 'ਚ ਬਿਆਨ ਨਹੀਂ ਹੁੰਦੀਆਂ, ਬੋਲੀ 'ਚ ਬਿਆਨ ਨਹੀਂ ਹੁੰਦੀਆਂ, ਫਿਰ ਕੀ ਕੀਤਾ ਜਾਂਦਾ ਹੈ? ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਵਾਸਤੇ, ਬਿਆਨਨ ਦੀ ਕੋਸ਼ਿਸ਼ ਵਾਸਤੇ, ਹਾਲ ਕਿ ਬਿਆਨ ਤੋਂ ਬਾਹਰ ਹੈ, ਬਿਯੋਂਡ ਐਕਸਪਲੇਨੇਸ਼ਨ ਹੈ, ਐਕਸਪਲੇਨੇਸ਼ਨ ਤੋਂ ਬਾਹਰ ਹੈ, ਪਰ ਉਹਨੂੰ ਬਿਆਨਨ ਦੀ ਕੋਸ਼ਿਸ਼ ਵਾਸਤੇ ਪੋਇਟਰੀ ਦਾ ਰਾਹ ਵਰਤ ਲਿਆ ਜਾਂਦਾ, ਪੋਇਟਰੀ ਦਾ ਤਰੀਕਾ ਵਰਤ ਲਿਆ ਜਾਂਦਾ, ਕਿਉਂਕਿ ਪੋਇਟਰੀ ਆਰਟ ਹੈ। ਆਰਟ ਤੁਹਾਡੀ ਸਾਈਕੋਲੋਜੀ ਤੇ ਚੋਟ ਮਾਰਦੀ ਹੈ, ਮਨੋਵਿਗਿਆਨ ਤੇ ਚੋਟ ਮਾਰਦੀ ਹੈ। ਫਿਰ ਕੀ ਉਸ ਤੋਂ ਵੀ ਅੱਗੇ ਜਾਇਆ ਜਾਂਦਾ ਹੈ, ਫਿਰ ਮਿਊਜ਼ਿਕ ਦੀ ਵਰਤੋਂ ਕਰ ਲਈ ਜਾਂਦੀ ਹੈ। ਇਸ ਕਰਕੇ ਜਦੋਂ ਐਸੇ ਮਹਿੰਗੇ ਸਬਜੈਕਟ ਸਮਝਣੇ ਆ, ਉਹਨੂੰ ਗਾ ਕੇ ਸਮਝੋ, ਉਹਨੂੰ ਉਸ ਧੁਨ 'ਚ ਜਾ ਕੇ ਸਮਝੋ ਜਿਸ ਧੁਨ 'ਚ ਗੁਰੂ ਸਾਹਿਬ ਕਹਿੰਦਾ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਦੇ ਅੰਦਰ ਮਿਰਗ ਹੋਵੇ ਤੇ ਭਰਮਦਾ ਫਿਰਦਾ, ਜੰਗਲਾਂ ਦੇ ਵਿੱਚ ਵੀ ਲੱਭਦਾ ਫਿਰਦਾ, ਖੁਸ਼ਬੂ ਆਉਂਦੀ ਕਿੱਥੋਂ ਹੈ। ਇਦਾਂ ਹੀ ਸਾਡੇ ਹਾਲਾਤ ਨੇ। ਘਾਟੇ ਅੰਤਰੇ ਅੰਮ੍ਰਿਤ ਰੱਖਿਆਨ, ਗੁਰਮੁਖ ਕਿਸੇ ਧਿਆਈ। ਵੀ ਅੰਤਰ, ਘਟ ਦੇ ਅੰਤਰ ਹੀ ਅੰਮ੍ਰਿਤ ਹੈ, ਸਰੀਰ ਦੇ ਅੰਦਰ ਹੀ ਅੰਮ੍ਰਿਤ ਹੈ। ਕਿੱਥੇ ਵੱਸਦਾ ਹੈ ਅੰਮ੍ਰਿਤ? ਕਿੱਥੋਂ ਲੈਣ ਜਾਣਾ ਹੈ? ਸਰੀਰ ਦੇ ਅੰਦਰ ਹੀ ਅੰਮ੍ਰਿਤ ਹੈ। ਉਹ ਅੰਮ੍ਰਿਤ ਜਿਹੜਾ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਉਹ ਜਿਹੜੀਆਂ ਥਾਲ 'ਚ ਵਸਤੂਆਂ ਸਰੀਰ ਦੇ ਅੰਦਰ ਪਈਆਂ ਨੇ ਨਾ, ਉਹ ਵਸਤੂਆਂ ਹੀ ਸਾਡਾ ਅੰਮ੍ਰਿਤ ਹੈ। ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਇਹ ਸ਼ੁਭ ਗੁਣ ਜਿਹੜੇ ਅੰਦਰ ਪਏ ਨੇ ਸਾਡੇ ਘਰ ਦੇ ਅੰਦਰ, ਉਹ ਅੰਮ੍ਰਿਤ ਨੇ। ਸ਼ੁਭ ਗੁਣ ਐਕਟੀਵੇਟ ਕਰਨੇ ਪੈਂਦੇ ਨੇ। ਜਿਵੇਂ ਫੋਨ ਹੈ, ਮੌਜੂਦ ਹੈ, ਫੋਨ ਮੌਜੂਦ ਹੈ, ਸਿਮ ਵੀ ਮੌਜੂਦ ਹੈ, ਪਰ ਐਕਟੀਵੇਟ ਕਰਨੀ ਪੈਂਦੀ ਹੈ। ਨਲਕਾ ਮੌਜੂਦ ਹੈ, ਜਿਹੜਾ ਹੈਂਡ ਪੰਪ ਮੌਜੂਦ ਹੈ, ਬੋਰ ਹੁਣੇ ਬੋਰ ਕੱਢਿਆ ਵਾ, ਬੋਰ ਵਾਲੇ ਨੇ ਪਾਣੀ ਕੱਢ ਕੇ ਦਿਖਾਇਆ ਤੁਹਾਨੂੰ, ਪਾਣੀ ਨਿਕਲਦਾ ਹੀ, ਪਰ ਉਹ ਦੁਬਾਰਾ ਪਾਉਣਾ ਪੈਂਦਾ ਪਹਿਲਾਂ ਉੱਤੋਂ ਪਾਣੀ, ਫਿਰ ਬੋਕੀ ਪਾਣੀ ਖਿੱਚ ਕੇ ਲਿਆਉਂਦੀ ਹੈ। ਗੁਰੂ ਦੀ ਬਾਣੀ
ਅੰਮ੍ਰਿਤ ਪਾਉਂਦੀ ਏ ਅੰਦਰ, ਫਿਰ ਅੰਦਰ ਵਾਲਾ ਅੰਮ੍ਰਿਤ ਪ੍ਰਗਟ ਹੁੰਦਾ ਹੈ। ਅੰਮ੍ਰਿਤ ਨਾਮ ਠਾਕਰ ਕਾ ਪਇਓ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਵਾਸਾ ਹੀ ਵਿਸ਼ਰਾਮ, ਵਾਸਾ ਹੈ ਇਹਦਾ ਦੇਹੀ ਦੇ ਵਿੱਚ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ। ਕੁਛ ਥੱਲੇ ਜਿਹੜੀਆਂ ਬਾਣੀ ਦੀਆਂ ਕੁਛ ਤੁਕਾਂ ਦੇ ਵਿੱਚ ਗ੍ਰਾਮੈਟੀਕਲ ਜਿਹੜੀ ਮਿਸਟੇਕ ਉਹਨੂੰ ਇਗਨੋਰ ਕਰ ਦੇਣਾ, ਕਿਉਂਕਿ ਪੰਜਾਬੀ ਦੇ ਕਿਸੇ ਵੇਲੇ ਫੌਂਟ ਦੇ ਨਾਲ ਵੀ ਪ੍ਰੋਬਲਮ ਆ ਜਾਂਦੀ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਕਿੱਥੇ ਵਸਦਾ ਹੈ ਅੰਮ੍ਰਿਤ? ਘਰ ਦੇ ਵਿੱਚ ਹੀ, ਦੇਹੀ 'ਚ ਹੀ। ਸਭੇ ਘਟ ਰਾਮ ਬੋਲੇ, ਉਹ ਅੰਮ੍ਰਿਤ ਅੰਦਰ ਹੈ, ਰਾਮ ਰੂਪੀ ਅੰਮ੍ਰਿਤ। ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੈ, ਵਸੀ ਰੱਬ ਹਿਆਲੀ, ਉਹ ਰੱਬ ਰੂਪੀ ਅੰਮ੍ਰਿਤ ਅੰਦਰ ਹੈ। ਜੰਗਲ ਕਿਆ ਢੂੰਡੈ। ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ? ਹੁਣ ਗੱਲ ਕੀਤੀ ਕੀ ਸੀ ਅੰਮ੍ਰਿਤ, ਕਿੱਥੇ ਹੈ ਅੰਮ੍ਰਿਤ, ਕਿਵੇਂ ਮਿਲੇਗਾ ਅੰਮ੍ਰਿਤ। ਇਹੋ ਹੀ ਨੁਕਤੇ ਨੇ, ਹੋਰ ਇਸ ਤੋਂ ਵੱਧ ਕਿੱਥੇ ਜਾਓਗੇ? ਹੈ ਕੀ ਅੰਮ੍ਰਿਤ, ਹੈ ਕਿੱਥੇ ਅੰਮ੍ਰਿਤ, ਪ੍ਰਾਪਤ ਕਿਵੇਂ ਹੁੰਦਾ ਹੈ ਅੰਮ੍ਰਿਤ? ਇਹੋ ਹੀ ਸਮਝਣਾ ਹੈ ਨਾ, ਇਸ ਤੋਂ ਵੱਧ ਕੀ ਸਮਝਣਾ ਹੈ? ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ ਹੈ? ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਛੱਡ ਦੇ ਵੇਸ ਭੇਖ ਚਤੁਰਾਈ, ਛੱਡ ਦੇ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰੇ ਅੰਮ੍ਰਿਤ ਕਟ ਮਾਹੀ ਜੀਓ। ਅੰਦਰ ਹੀ ਅੰਮ੍ਰਿਤ, ਅੰਦਰ ਹੀ, ਘਟ ਦੇ ਅੰਦਰ ਹੀ। ਆ ਸਾਰਾ ਸ਼ਬਦ ਪੜ੍ਹ ਲਓ, ਅੰਮ੍ਰਿਤ ਬੇਸਡ ਹੈ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ। ਕਿਵੇਂ ਪ੍ਰਾਪਤ ਹੋਏਗਾ? ਗੁਰ ਤੇ ਪਾਇਆ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ। ਗੁਰ ਪਾਹੀ ਜੀਓ, ਗੁਰ ਤੇ ਪਾਇਆ। ਗੁਰੂ ਪਾਸੋਂ ਪ੍ਰਾਪਤ ਹੁੰਦਾ, ਉਹ ਹੈ ਅੰਮ੍ਰਿਤ। ਕਿੱਥੋਂ ਪ੍ਰਾਪਤ ਹੁੰਦਾ? ਇੱਥੋਂ ਪ੍ਰਾਪਤ ਹੁੰਦਾ ਜੀ। ਇਹ ਕੋਈ ਫੂਕ ਮਾਰ ਕੇ ਕੰਨ 'ਚ ਸ਼ਬਦ ਦੇ ਕੇ ਪ੍ਰਾਪਤ ਨਹੀਂ ਜੀ ਹੁੰਦਾ। ਇਹ ਕਿਸੇ ਬਾਬੇ ਦੇ ਡੇਰੇ ਤੋਂ ਪ੍ਰਾਪਤ ਨਹੀਂ ਜੀ ਹੋਣਾ। ਇੱਥੋਂ ਨਿਕਲਦਾ ਜੇ ਅੰਮ੍ਰਿਤ, ਗੁਰੂ ਪਾਸੋਂ ਨਿਕਲਦਾ ਜੇ। ਗੁਰੂ ਦਾ ਹਰ ਬਚਨ ਅੰਮ੍ਰਿਤ ਹੈ। ਆਪਣੇ ਗੁਰ ਮਿਲ ਰਹੀਏ, ਅੰਮ੍ਰਿਤ ਗਹੀਏ, ਗ੍ਰਹਿਣ ਕਰੀਏ, ਗੁਰੂ ਦੇ ਨਾਲ ਮਿਲ ਕੇ ਰਹੀਏ, ਦੁਬਿਧਾ ਮਾਰ ਨਿਵਾਰੇ। ਜੇ ਅਸੀਂ ਸਮਝਦੇ ਹਾਂ ਵੀ ਅੰਮ੍ਰਿਤ ਦਾ ਸੰਕਲਪ 10ਵੀਂ ਪਾਤਸ਼ਾਹੀ ਤੋਂ ਸ਼ੁਰੂ ਹੋਇਆ, ਤੇ ਫਿਰ ਆ ਕੀ ਕਰੋਗੇ? ਮਹਿਲੇ ਪਹਿਲੇ ਦਾ ਸਲੋਕ ਹੈ, ਜਿਸ ਜਲ ਨਿਦ ਕਾਰਨ ਤੁਮ ਜਗ ਆਏ। ਮਹਿਲ ਤੀਜਾ ਕਹਿੰਦਾ ਹੈ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਆਪਣੇ ਗੁਰ ਮਿਲ ਰਹੀਏ। ਤੀਜੇ ਮਹਿਲ ਨੇ ਹੋਕਾ ਦੇ ਕੇ ਆਖਿਆ ਜੀ। ਹੁਣ ਮਸਲਾ ਹੈ ਵੀ ਇਨਫੋਰਮੇਸ਼ਨ ਜਦੋਂ ਸਾਨੂੰ ਪੂਰੀ ਨਹੀਂ, ਅਸੀਂ ਜਦੋਂ ਬੋਲਦੇ ਹਾਂ ਜਾਂ ਲਿਖਦੇ ਹਾਂ, ਉਹਦੇ ਆਧਾਰ 'ਤੇ ਜਿਹੜੇ ਬਾਹਰੀ ਵਿਦਵਾਨ ਨੇ ਉਹ ਸਾਡੇ ਉੱਤੇ ਇੱਦਾਂ ਸਵਾਲ ਖੜੇ ਕਰ ਜਾਂਦੇ ਨੇ। ਅੰਮ੍ਰਿਤ ਕਿਵੇਂ ਪ੍ਰਾਪਤ ਹੁੰਦਾ? ਹੁਣ ਅੰਮ੍ਰਿਤ ਧਾਰੀ ਕੌਣ ਹੈ? ਆਓ ਵੇਖੀਏ ਅੰਮ੍ਰਿਤ ਧਾਰੀ ਕੌਣ ਹੈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਵਾਹ 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 ਨਿਕਲਦੀ ਹੈ ਨਾ ਮੂੰਹ ਚੋਂ, ਏਦਾਂ ਹੀ ਨਿਕਲਣੀ ਚਾਹੀਦੀ ਵਾਹ। ਜਿਹੜੀ ਅਸੀਂ ਧੱਕੇ ਨਾਲ ਕੱਢੀ ਆਉਂਦੇ ਆ, ਉਹਦੇ 'ਚ ਫਰਕ ਹੈ। ਤੁਸੀਂ ਬਾਣੀ ਦੇ ਇਹੋ ਜਿਹੇ ਮਹਿੰਗੇ ਸਿਧਾਂਤ, ਉੱਚੇ ਸਿਧਾਂਤਾਂ ਨੂੰ ਜਦੋਂ ਦੇਖਦੇ ਜੇ, ਐਸੇ ਵੱਡੇ ਫਲਸਫੇ ਨੂੰ ਦੇਖਦੇ ਜੇ, ਇਹਦੇ ਗਾੜੀ ਵੱਡੇ ਵੱਡੇ ਫਲਸਫੇ ਫੇਲ ਪੈ ਜਾਂਦੇ ਨੇ। ਪੜ੍ਹੋ ਲਾ ਆਫ ਅਟਰੈਕਸ਼ਨ, ਤੁਹਾਨੂੰ ਇੱਥੇ ਆਣ ਕੇ ਪਤਾ ਲੱਗੇਗਾ ਵੀ ਕਿੱਥੇ ਲਾ ਆਫ ਅਟਰੈਕਸ਼ਨ, ਸਭ ਕੁਝ ਵਿੱਚੇ ਸਮਾਇਆ ਬਾਣੀ ਦੇ। ਮੈਟਾਫਿਜ਼ਿਕਸ ਪੜ੍ਹੋ, ਸਭ ਕੁਝ ਵਿੱਚੇ ਸਮਾਇਆ ਏ। ਮਸਲਾ ਏ ਬਾਣੀ ਨੂੰ ਬਾਣੀ ਵਾਂਗੂ ਪੜ੍ਹਨਾ ਪੈਣਾ। ਜਾਂ ਤੁਸੀਂ, ਮੈਂ ਤੇ ਹੋਰ ਗੱਲ ਕਹਿਣਾ ਨਾ ਇਸ ਤੋਂ ਅੱਗੇ ਜਾ ਕੇ, ਬਾਣੀ ਰਾਹੀਂ ਆਪਣੇ ਆਪ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਭਾਵੇਂ ਇੱਕ ਸਿਰਫ ਅਪਰੋਚ ਦਾ ਫਰਕ ਹੈ ਵੀ ਬਾਣੀ ਰਾਹੀਂ ਪੜ੍ਹੋ ਆਪਣੇ ਆਪ ਨੂੰ, ਫਿਰ ਆਨੰਦ ਆਏ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਜਿਹਨੇ ਖਿਮਾ ਨੂੰ ਗ੍ਰਹਿਣ ਕਰ ਲਿਆ ਨਾ, ਜਿਹਨੇ ਖਿਮਾ ਨੂੰ ਗ੍ਰਹਿਣ ਕਰ ਲਿਆ, ਸਮਝ ਲਓ ਉਹ ਅੰਮ੍ਰਿਤਧਾਰੀ ਹੋ ਗਿਆ।
ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ। ਜਿਹੜਾ ਅੰਮ੍ਰਿਤ ਬੋਲਦਾ ਈ, ਜਿਹੜਾ ਅੰਮ੍ਰਿਤ ਵੇਖਦਾ ਈ, ਜਿਹੜਾ ਅੰਮ੍ਰਿਤ ਹਰ ਗੱਲ ਅੰਮ੍ਰਿਤ ਦੇ ਆਧਾਰ ਤੇ ਪਰਖ ਚ ਲਿਆਉਂਦਾ ਈ, ਉਹ ਅੰਮ੍ਰਿਤਧਾਰੀ ਜੇ। ਜਿਹਦੀਆਂ ਅੱਖਾਂ ਨੂੰ ਵੇਖਣਾ ਆ ਗਿਆ, ਨਾਨਕ ਸੇ ਅੱਖੜੀਆਂ ਬਿਆਨ, ਜਿਨ੍ਹਾਂ ਦਸੰਦਾ ਮਾਪਰੀ, ਜਿਨ੍ਹਾਂ ਦੀਆਂ ਅੱਖਾਂ ਨੂੰ ਵੇਖਣਾ ਆ ਗਿਆ, ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖਿਓ ਕੋਈ। ਉਹ ਅੱਖਾਂ ਤੇ ਕੌਣ ਇਲਜ਼ਾਮ ਲਾ ਸਕਦਾ ਹੈ? ਉਹਨਾਂ ਅੱਖਾਂ ਨੂੰ ਕਹਿ ਸਕਦਾ ਵੀ ਭਾਈ ਵੇਖ ਕੇ ਚੱਲ? ਉਹ ਤਾਂ ਵੇਖ ਰਹੀਆਂ ਨੇ। ਜਦੋਂ ਤੁਹਾਨੂੰ ਕਹਿ ਦਿੱਤਾ ਜਾਂਦਾ ਨਾ ਵੀ ਵੇਖ ਕੇ ਚੱਲ, ਇਹਦਾ ਮਤਲਬ ਵੇਖ ਕੇ ਵੀ ਨਹੀਂ ਵੇਖ ਰਹੇ। ਜਦੋਂ ਤੁਹਾਨੂੰ ਕਿਹਾ ਜਾਂਦਾ ਨਾ ਵੀ ਸੁਣ, ਗੱਲ ਨੂੰ ਸੁਣ, ਮੈਂ ਸੁਣਾ ਰਿਹਾ, ਕੰਨ ਖੁੱਲ੍ਹੇ ਹੋਣਾ ਸੁਣਨਾ ਨਹੀਂ ਹੁੰਦਾ। ਕੰਨਾਂ ਦੇ ਪਿੱਛੇ ਕੰਨ ਨੇ, ਉਹਨਾਂ ਨਾਲ ਸੁਣਨਾ ਪੈਂਦਾ ਹੈ, ਜਿਹੜੇ ਸੁਰਤ ਦੇ ਕੰਨ ਨੇ। ਸੋ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਚਰਨ ਭਾਵ ਦੇ ਹੋ ਜਾਣ, ਸੁਰਤ ਦੇ ਲੋਇਣ ਆ ਜਾਣ, ਇਹ ਅੰਮ੍ਰਿਤ ਹੈ। ਜਦੋਂ ਸਾਡੀਆਂ ਅੱਖਾਂ ਵੇਖਣਾ ਸਿੱਖ ਗਈਆਂ, ਸਾਡੇ ਕੰਨ ਸੁਣਨਾ ਸਿੱਖ ਗਏ, ਗਿਆਨ ਇੰਦਰੇ ਕਰਮ ਇੰਦਰੇ। ਜਦੋਂ ਗਿਆਨ ਇੰਦਰਿਆਂ ਦੇ ਅਧੀਨ ਕਰਮ ਇੰਦਰੇ ਹੋ ਗਏ ਤੇ ਗਿਆਨ ਇੰਦਰੇ ਜਿਹੜੇ ਨੇ ਸਾਡੇ, ਉਹ ਅਧੀਨ ਹੋ ਗਏ ਉਸ ਅਕਾਲੀ ਸਿਧਾਂਤ ਦੇ, ਅਸੀਂ ਅੰਮ੍ਰਿਤਧਾਰੀ ਹੋ ਗਏ। ਗਿਆਨ ਇੰਦਰੇ ਅਕਾਲੀ ਸਿਧਾਂਤ ਦੇ ਅਧੀਨ ਹੋ ਗਏ ਤੇ ਗਿਆਨ ਇੰਦਰਿਆਂ ਦੇ ਆਧਾਰ ਤੇ ਕਰਮ ਇੰਦਰੇ ਜਿਹੜੇ ਆ ਕਰਮ ਖੇਤਰ 'ਚ ਜਾਂਦੇ ਨੇ, ਉਦਨ ਅੰਮ੍ਰਿਤਧਾਰੀ ਹੋ ਗਏ। ਅੰਮ੍ਰਿਤਧਾਰੀ ਸਿੱਖ ਵੇਖਣੇ ਜੇ ਕਿਹੜੇ ਸਨ? ਇਤਿਹਾਸ 'ਚੋਂ ਝਲਕ ਦੇ ਤੌਰ ਤੇ ਵਾਧੂ ਉੱਦਾਂ ਦੇ। ਬਾਬਾ ਮਰਦਾਨਾ, ਭਾਈ ਮਰਦਾਨਾ ਅੰਮ੍ਰਿਤਧਾਰੀ ਸੀ। ਕਿੰਨਾ ਚਿਰ ਅੰਮ੍ਰਿਤ ਪੀਤਾ ਏ ਭਾਈ ਮਰਦਾਨੇ ਨੇ, ਕਿੰਨਾ ਚਿਰ ਗੁਰੂ ਦੇ ਨਾਲ ਰਹਿ ਕੇ ਅੰਮ੍ਰਿਤ ਪੀਤਾ ਏ। ਜਿਹਨੂੰ ਅਸੀਂ ਕੀ ਕੀਤਾ, ਸਾਡੀਆਂ ਜਨਮ ਸਾਖੀਆਂ ਵਾਲਿਆਂ ਨੇ ਕੀ ਕੀਤਾ ਕਿ ਜਿੱਥੇ ਮੌਜੂ ਉਡਾਉਣਾ ਹੈ, ਮਖੌਲ ਉਡਾਉਣਾ ਹੈ, ਉੱਥੇ ਮਰਦਾਨੇ ਨੂੰ ਫਿੱਟ ਕਰ ਦਿਓ। ਜਿੱਥੇ ਮੌਜੂ ਤੇ ਮਖੌਲ ਉਡਾਉਣਾ ਹੈ, ਉੱਥੇ ਮਰਦਾਨਾ ਫਿੱਟ ਕਰ ਦਿਓ। ਕੌਣ ਸੀ ਮਰਦਾਨਾ? ਕੈਸੀ ਅਵਸਥਾ ਹੋਏਗੀ ਉਸ ਮਰਦਾਨੇ ਦੀ? ਭਾਈ ਸਨਮੁਖ ਵਰਗੇ, ਤਾਰੂ ਪੋਪਟ ਵਰਗੇ, ਬਾਬਾ ਬੁੱਢਾ ਜੀ ਵਰਗੇ, ਮਤੀ ਦਾਸ, ਸਤੀ ਦਾਸ, ਦਿਆਲਾ, ਕਿੰਨੇ ਕੁ ਗਿਣਾ ਇਤਿਹਾਸ ਦੇ ਵਿੱਚ। ਮੈਂ ਗੱਲ ਕਰ ਰਿਹਾ 10ਵੀਂ ਪਾਤਸ਼ਾਹੀ ਤੱਕ ਵੀ ਕਿੰਨੇ ਅੰਮ੍ਰਿਤਧਾਰੀ ਸਿੱਖ ਸਨ। ਅਨੇਕਾਂ 100,000 ਜਿਹੜੇ ਗੁਰੂ ਦੇ ਹੁਕਮ ਅਨੁਸਾਰ ਰਹਿਣਾ ਸਿੱਖ ਗਏ ਸਨ, ਬਹਿਣਾ ਸਿੱਖ ਗਏ ਸਨ, ਕਹਿਣਾ ਸਿੱਖ ਗਏ ਸਨ, ਸਹਿਣਾ ਸਿੱਖ ਗਏ ਸਨ, ਉਹ ਸਨ ਅੰਮ੍ਰਿਤਧਾਰੀ। ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਅੰਮ੍ਰਿਤ ਸਦਾ ਵਰਸਦਾ ਏ। ਇਹ ਨਹੀਂ ਹੁੰਦਾ ਵੀ ਅੰਮ੍ਰਿਤ ਛਕ ਆਇਆ। ਕਿੰਨਾ ਚਿਰ ਹੋ ਗਿਆ ਜੀ? 10 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ। ਅੱਛਾ 10 ਸਾਲ ਪੁਰਾਣਾ ਹੋ ਗਿਆ ਅੰਮ੍ਰਿਤ, ਹੈ 10 ਸਾਲ ਹੋ ਗਏ ਛਕੇ ਨੂੰ? ਨਹੀਂ, ਰੋਜ਼ ਪੀਣਾ, ਸਦਾ ਬੋਲਣਾ, ਸਦਾ ਵੇਖਣਾ, ਇਹ ਹੈ ਅੰਮ੍ਰਿਤ। ਉਹ ਤੇ ਵਾਤਾਵਰਨ ਦਿੱਤਾ ਗਿਆ ਸੀ ਤੈਨੂੰ, ਓਪਰਚੁਨਿਟੀ ਸੀ ਵੀ ਤੂੰ ਅੱਜ ਤੂੰ ਇਸ ਸੰਸਥਾ ਦਾ ਹਿੱਸਾ ਹੋ ਜਾ ਤੇ ਪ੍ਰਣ ਲੈ ਕੇ ਜਾ ਵੀ ਤੂੰ ਅੰਮ੍ਰਿਤਧਾਰੀ ਹੋਣਾ ਹੈ, ਤੂੰ ਅੰਮ੍ਰਿਤ ਦੇ ਆਧਾਰ ਤੇ ਜੀਵਨ ਜੀਣਾ ਹੈ। ਜੇ ਤੂੰ ਕਹਿਣਾ ਵੀ ਉਹ ਪ੍ਰਣ ਲੈ ਕੇ ਤੇ ਕੰਮ ਪੂਰਾ ਹੋ ਗਿਆ, ਫੌਜ ਦੇ ਵਿੱਚ ਜਦੋਂ ਸਹੁੰ ਚੁਕਾਈ ਜਾਂਦੀ ਹੈ, ਕੰਮ ਬਾਅਦ 'ਚ ਸ਼ੁਰੂ ਹੁੰਦਾ। ਉਹਦੇ ਸਹੁੰ ਜਿਹੜੀ ਹੈ ਪਹਿਲੀ ਰਸਮ ਹੈ, ਉਦੋਂ ਵਰਦੀ ਵੀ ਨਹੀਂ ਮਿਲੀ ਹੁੰਦੀ ਅਜੇ, ਕੰਮ ਉਸ ਤੋਂ ਬਾਅਦ ਸ਼ੁਰੂ ਹੋਣਾ ਵਾ। ਫਿਰ ਜੰਗਾਂ ਯੁੱਧਾਂ 'ਚ ਜੂਝ ਕੇ ਪਤਾ ਲੱਗਣਾ ਵੀ ਕਿੱਡਾ ਕੁ ਫੌਜੀ ਹੈ। ਇਹ ਨਹੀਂ ਵੀ ਕੰਮ ਹੋ ਗਿਆ, 5 ਕਕਾਰ ਪਾ ਲੈ, ਧੰਨ ਧੰਨ ਹੋ ਗਈ, ਬਸ ਚੜ੍ਹਦੀ ਕਲਾ। ਅੰਮ੍ਰਿਤਧਾਰੀ ਜੀ ਅੰਮ੍ਰਿਤ ਛਕ ਆਏ, ਅੰਮ੍ਰਿਤ ਛਕ ਆਏ। ਅੱਛਾ ਕੱਲ੍ਹ ਦਾ ਛਕ ਆਇਆ, ਅੱਜ ਨਹੀਂ ਛਕਣਾ ਉਹਨੂੰ।